ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਮਨਜੋਤ ਸਿੰਘ। ਅੱਜ ਦੇ ਵਿਸ਼ੇਸ਼ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ। ਜਲੰਧਰ ਸੀਪੀ ਦਫ਼ਤਰ ਦੇ ਬਾਹਰ ਭਾਜਪਾ ਦਾ ਪ੍ਰਦਰਸ਼ਨ, ਮਿਲ ਰਹੀਆਂ ਧਮਕੀਆਂ ਦਾ ਕੀਤਾ ਵਿਰੋਧ। ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ। ਭਾਜਪਾ ਤੇ ਆਪ ਨੇ ਲੋਕਾਂ ਨੂੰ ਧਰਮਾਂ ਅਤੇ ਜਾਤਾਂ ਪਾਤਾਂ 'ਚ ਵੰਡਿਆ। ਪ੍ਰਗਟ ਸਿੰਘ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪਿਆ ਮੀਂਹ, ਕਿਸਾਨਾਂ ਦੇ ਖਿੜੇ ਚਿਹਰੇ। ਟਰੱਕ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ। ਹੁਣ ਇਹ ਖਬਰਾਂ ਵਿਸਥਾਰ 'ਚ। ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪਾਕਿਸਤਾਨੀ ਸੰਗਠਨ ਲਸ਼ਕਰ-ਏ-ਖਾਲਸਾ ਦੀ ਤਰਫ ਤੋਂ ਧਮਕੀਆਂ ਅਤੇ WhatsApp ਮੈਸੇਜ ਮਿਲ ਰਹੇ ਹਨ। ਇਸ ਦੇ ਵਿਰੋਧ ਵਿੱਚ ਭਾਜਪਾ ਆਗੂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਲਗਾਤਾਰ ਫਿਰੌਤੀ ਲਈ ਕਤਲੇਆਮ ਹੋ ਰਹੇ ਹਨ। ਹਾਂਜੀ ਸਰ, ਅੱਜ ਤੁਸੀਂ ਡੀਸੀਪੀ ਸਾਹਿਬ ਨੂੰ ਮਿਲਿਆ ਹੈਗਾ। ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੀ ਇੱਕ ਡੈਲੀਗੇਸ਼ਨ ਜ਼ਿਲ੍ਹੇ ਦਾ ਡੀਸੀਪੀ ਸਾਹਿਬ ਨੂੰ ਮਿਲੇ ਹਾਂ। ਸੋ ਅੱਜ ਦੇ ਜੋ ਹਾਲਾਤ ਹੈਗੇ ਆ, ਜਿਸ ਤਰ੍ਹਾਂ ਦੇ ਧਮਕੀਆਂ ਆਉਂਦੀਆਂ, ਫਰੌਤੀਆਂ ਹੋ ਰਹੀਆਂ, ਔਰ ਜਿਸ ਢੰਗ ਨਾਲ ਵੀ ਉੱਤੇ ਚਿੰਤਾ ਵਿਅਕਤ ਕੀਤੀ ਹੈ ਕਿ ਵੀ ਮੁਸਤੈਦੀ ਨਾਲ ਕੰਮ ਹੋਣਾ ਚਾਹੀਦਾ ਹੈ, ਕਿ ਜਿਸ ਢੰਗ ਨਾਲ ਕਿ ਪ੍ਰੀਐਮਪਟਿਵ ਐਕਸ਼ਨ ਹੋਵੇ ਜਿਹਦੇ ਨਾਲ ਜਿੱਥੇ ਵੀ ਕੋਈ ਇਨਫੋਰਮੇਸ਼ਨ ਆਉਂਦੀ, ਕਿਉਂਕਿ ਥ੍ਰੈਟਨਿੰਗ ਕਾਲਸ ਵੀ ਆ ਰਹੀਆਂ ਜਨਰਲ ਲੋਕਾਂ ਨੂੰ ਜਿਹੜੀ ਹੈਗੀਆਂ। ਸੋ ਉਸ ਨੂੰ ਲੈ ਕੇ ਅਸੀਂ ਲਾਅ ਐਂਡ ਆਰਡਰ ਸਿਚੁਏਸ਼ਨ ਲੈ ਕੇ ਮਿਲੇ ਅਸੀਂ। ਅੱਜ ਕਈ ਤੁਹਾਡੇ ਵਰਕਰਾਂ ਨੂੰ ਕਿਹੜੀਆਂ ਧਮਕੀਆਂ, ਪਹਿਲੇ WhatsApp ਕਾਲ ਆਉਂਦੀਆਂ, ਫਿਰ ਉਸ ਤੋਂ ਬਾਅਦ ਕਾਲ ਕਰਨ ਲੱਗ ਪੈਂਦੇ, ਫਿਰ ਮੈਸੇਜ ਵੀ ਆ ਰਹੇ ਨੇ। ਕਈ ਮੈਂ ਦੇਖਿਆ ਹੈਗਾ ਕਈ ਜਣਿਆਂ ਨੂੰ ਕਿਹੜੇ ਬੀਜੇਪੀ ਦੇ ਵਰਕਰ, ਹਾਂ ਵਰਕਰ ਬੀਜੇਪੀ ਦੇ ਆਮ ਜਨਤਾ ਨੂੰ ਵੀ ਆ ਰਹੇ, ਠੀਕ ਹੈ ਨਾ। ਉਹਦੇ ਲਈ ਸਾਰੀ ਚਿੰਤਿਤ ਹੈ ਭਾਰਤੀ ਜਨਤਾ ਪਾਰਟੀ। ਸੋ ਉਸ ਨੂੰ ਕਿ ਵੀ ਜਿਸ ਢੰਗ ਦੇ ਨਾਲ ਅੱਜ ਪੰਜਾਬ ਦੇ ਹਾਲਾਤ ਹੈ, ਜਲੰਧਰ ਦੇ ਹਾਲਾਤ ਹੈ, ਬਦ ਤੋਂ ਬੱਤਰ ਹੋ ਰਹੇ ਆ, ਤਾਂ ਉਸ ਲਈ ਲੈ ਕੇ ਅਸੀਂ ਮਿਲੇ। ਸਰ ਕਿੱਦਾਂ ਦੀਆਂ ਧਮਕੀਆਂ ਆ ਰਹੀਆਂ? ਕਿੱਦਾਂ ਦੀਆਂ ਧਮਕੀਆਂ ਉਹ ਜਨਰਲ ਲੋਕਾਂ ਨੂੰ ਆ ਰਹੀਆਂ, ਪਤਾ ਹੀ ਆ, ਮੀਡੀਆ 'ਚ ਵੀ ਹੈਗੀਆਂ। ਕੋਈ ਬੀਜੇਪੀ ਦਾ ਲੀਡਰ ਵੀ ਹੈਗਾ ਜਿਹਨੂੰ ਪਾਰਟੀ ਛੱਡਣ ਦੀ ਵੀ ਧਮਕੀ ਦਿੱਤੀ ਗਈ ਸੀ ਪਿਛਲੇ ਦਿਨ? ਮੇਰੇ ਧਿਆਨ 'ਚ ਨਹੀਂ। ਕਿਆ ਹੁਣ ਤੁਸੀਂ ਡੀਸੀਪੀ ਸਾਹਿਬ ਨੂੰ ਮਿਲੇ ਹੋ, ਕਿ ਉਹਨਾਂ ਨੇ ਵਿਸ਼ਵਾਸਨ ਕੀ ਦਿੱਤਾ, ਕਦੋਂ ਤੱਕ ਉਹਨਾਂ ਨੇ ਦੇਖੋ ਆਲਰੇਡੀ ਲੱਗੇ ਹੋਏ, ਕਿਉਂਕਿ ਹੈ ਤਾਂ ਦੇਖੋ ਚੀਜ਼ ਹੁੰਦੀ ਹੈ, ਜੇ ਆਪਾਂ ਕਹੀਏ ਕਿ ਬੰਦਾ ਕਿਹੜਾ ਬੰਦਾ ਹੈਗਾ, ਉਹ ਤਾਂ ਸ਼ਰਾਊਡਡ ਇਨ ਡਾਰਕਨੈਸ ਹੈ, ਪਤਾ ਨਹੀਂ, ਠੀਕ ਹੈ ਨਾ। ਸੋ ਇਹਦੇ 'ਚ ਹੈਗਾ ਕਿ ਪੁਲਿਸ ਨੂੰ ਹੋਰ ਮੁਸਤੈਦੀ ਨਾਲ ਕੰਮ ਕਰਕੇ, ਹੋਰ ਤੇਜ਼ੀ ਨਾਲ ਕੰਮ ਕਰਕੇ ਬੰਦੇ ਫੜੇ ਜਾਣ। ਹੁਣ ਕਈ ਮੋਡਿਊਲਸ ਫੜੇ ਵੀ ਹੈ, ਜਿਹਦੇ ਕੋਲ ਡਰੋਨ ਵੀ ਆ ਰਹੇ ਆ, ਕਈ ਚੀਜ਼ਾਂ ਹੈਗੀਆਂ ਪਾਕਿਸਤਾਨ ਵੱਲ ਵੀ ਆ ਰਹੀਆਂ। ਸੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ ਅਸੀਂ ਜਿਹੜਾ ਹੈਗਾ ਆਪਣੀ ਚਿੰਤਾ ਜਤਾਈ ਹੈ, ਔਰ ਜਿੱਥੇ ਜਿੱਥੇ ਕੋਈ ਐਕਸ਼ਨ ਲੈਣ ਦੀ ਲੋੜ ਹੈ, ਪੁਲਿਸ ਨੂੰ ਜ਼ਿਆਦਾ ਕਵਰ ਕਰਨ ਦੀ ਲੋੜ ਹੈ, ਸੋ ਉਹਨਾਂ ਨੂੰ ਸੁਝਾਅ ਵੀ ਦਿੱਤੇ। ਤੁਸੀਂ ਦੇਖਿਆ ਨਕੋਦਰ ਦੇ ਵਿੱਚ ਵੀ ਕਿੱਦਾਂ ਪਹਿਲੇ ਧਮਕੀ ਦਿੱਤੀ ਗਈ ਸੀ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਮਾਰ ਦਿੱਤੇ ਗਏ, ਫਿਰ ਇਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਕਿਹੜੀਆਂ ਧਮਕੀਆਂ ਆਮ ਜਨਤਾ ਨੂੰ ਵੀ ਆ ਰਹੀਆਂ। ਹੁਣ ਬੀਜੇਪੀ ਦੇ ਵਰਕਰਾਂ ਨੂੰ ਨਿਸ਼ਾਨਾ ਦਿੱਤਾ ਜਾ ਰਿਹਾ। ਉਹਨਾਂ ਦੇ ਵਿਦ ਮੈਸੇਜ ਦੇ ਵਿੱਚ ਇਹ ਵੀ ਲਿਖਿਆ, ਅੰਮ੍ਰਿਤਸਰ ਤੋਂ ਬਾਅਦ ਹੁਣ ਤੁਹਾਡਾ ਵਾ ਨੰਬਰ ਆ ਰਿਹਾ। ਦੇਖੋ ਇਸ ਤਰ੍ਹਾਂ ਕਿ ਵੀ ਇਹ ਤਾਂ ਹੈ ਹੀ ਹੈ, ਜਿਹੜੀ ਚੀਜ਼ਾਂ ਆ ਰਹੀਆਂ ਲੋਕਾਂ ਨੂੰ ਆ ਰਹੀਆਂ ਧਮਕੀਆਂ। ਸੋ ਉਹਦੇ ਲਈ ਅਸੀਂ ਚਿੰਤਾ ਵਿਅਕਤ ਕੀਤੀ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਕਿ ਵੀ ਇਹਨਾਂ ਨੂੰ ਪੁਲਿਸ ਨੂੰ ਕਿਹਾ ਕਿ ਭਾਈ ਤੁਸੀਂ ਮੁਸਤੈਦੀ ਨਾਲ ਕੰਮ ਕਰੋ, ਜਿਹੜਾ ਪ੍ਰੈਮਪਟਿਵ ਐਕਸ਼ਨ ਹੋਣਾ ਚਾਹੀਦਾ ਹੈਗਾ, ਤਾਂ ਜੋ ਲੋਕ ਜਿਹੜੇ ਫੜੇ ਜਾਣ। ਕਿਉਂਕਿ ਜਿਹੜਾ ਜਦ ਤੱਕ ਜਿਹੜਾ ਹੈਗਾ ਕਿ ਕੌਨਫੀਡੈਂਸ ਨਹੀਂ ਬਣੇਗਾ, ਡੈਟਰੈਂਟ ਇਫੈਕਟ ਹੈ ਪੁਲਿਸ ਦਾ, ਉਹ ਅੱਜ ਘਟ ਰਿਹਾ। ਸੋ ਉਸ ਨੂੰ ਜਿਹੜਾ ਹੈਗਾ ਕਿ ਵੀ ਤੁਹਾਡਾ ਡੈਟਰੈਂਟ ਇਫੈਕਟ ਹੋਵੇ, ਤੁਸੀਂ ਇਮੀਡੀਏਟ ਐਕਸ਼ਨ ਕਰੋ, ਰਿਸਪੌਂਸ ਐਕਸ਼ਨ ਹੋਣਾ ਚਾਹੀਦਾ। ਸੋ ਉਸ ਲਈ ਅਸੀਂ ਸਮੇਂ ਵੀ ਕੋਈ ਦਿੱਤਾ ਗਿਆ। ਦੇਖੋ ਸਮੇਂ ਤੇ ਲੰਬੀ ਲੜਾਈ ਹੁੰਦੀ ਹੈ, ਚੀਜ਼ਾਂ ਜਿਹੜੀਆਂ ਨੇ ਅੱਜ ਦੀ ਮੈਂ ਕਹਾਂ ਕਿ ਵੀ ਸਮੇਂ ਦੇ ਦਿੱਤਾ ਕਿ ਇੰਨੀ ਦੇਰ ਬਾਅਦ ਹੋਊਗਾ, ਐਸਾ ਨਹੀਂ ਹੁੰਦਾ। ਇੱਕ ਲੰਬੀ ਲੜਾਈ ਇਹਦੇ 'ਚ ਜਿਹੜਾ ਹੈਗਾ ਕਿ ਵੀ ਪੁਲਿਸ ਦਾ ਜਿਹੜਾ ਐਕਸ਼ਨ ਹੈਗਾ ਇਹਨੂੰ ਕਿਹਾ ਕਿ ਹੋਰ ਤੇਜ਼ੀ ਨਾਲ ਕੀਤਾ ਜਾਵੇ। ਗੱਲ ਕਲੀਅਰ ਕਰ ਦਿਓ, ਧਮਕੀ ਦਿੱਤੀ ਗਈ ਹੈ, ਫਰੌਤੀ ਵੀ ਮੰਗੀ ਗਈਆਂ? ਕਈ ਫਰੌਤੀਆਂ ਵੀ ਹੈ, ਧਮਕੀਆਂ ਵੀ, ਬੜਾ ਕੁਛ ਹੈਗਾ। ਹੁਣ ਜਿਹੜਾ ਤੁਸੀਂ ਟਿੰਮੀ ਚਾਵਲਾ ਦਾ ਹੋਇਆ, ਉੱਥੇ ਵੀ 30 ਲੱਖ ਰੁਪਏ ਮੰਗਿਆ ਗਿਆ ਹੈਗਾ। ਸੋ ਉਦੋਂ ਵੀ ਜੇ ਸਮੇਂ ਰਹਿੰਦੇ ਪੁਲਿਸ ਐਕਸ਼ਨ ਕਰਦੀ ਤੇ ਸ਼ਾਇਦ ਇੰਸੀਡੈਂਟ ਨਾ ਹੁੰਦਾ। ਪਰ ਸਰ ਬੀਜੇਪੀ ਦੇ ਕਿੰਨੇ ਵਰਕਰ ਕੰਮ ਕਰ ਰਹੇ, ਇਹਨਾਂ ਨੂੰ ਕਿਉਂ ਧਮਕੀ? ਨਹੀਂ, ਮੈਂ ਬੀਜੇਪੀ ਦੀ ਨਹੀਂ ਗੱਲ ਕਰ ਰਿਹਾ, ਮੈਂ ਜਨਰਲ ਗੱਲ ਕਰ ਰਿਹਾ। ਸੋ ਉਹਦੇ ਵਿੱਚ ਬੀਜੇਪੀ ਦੇ ਵੀ ਲੋਕ ਜਿਹਨਾਂ ਨੂੰ ਆਈਆਂ ਹੈਗੀਆਂ। ਹੁਣ ਕਿੱਦਾਂ ਆਪਣੇ ਤੁਹਾਡੇ ਵਰਕ ਇੱਥੇ ਅੱਜ ਤੁਸੀਂ ਮੰਗ ਪੱਤਰ ਵੀ ਦਿੱਤਾ, ਉਹ ਸ਼ਿਕਾਇਤਾਂ ਵੀ ਦਿੱਤੀਆਂ ਹੈਗੀਆਂ, ਉਹ ਕਿੰਨੇ ਲੋਕਾਂ ਨੂੰ ਇੱਕੋ ਨੰਬਰ ਤੇ ਆਉਂਦੀ ਹੈ ਜਾਂ ਅਲੱਗ-ਅਲੱਗ ਨੰਬਰਾਂ ਤੇ? ਬ੍ਰਦਰ ਉਹ ਸਾਰੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਹੈ, ਆਮ ਤੌਰ ਤੇ ਦਿੰਦੇ ਵੀ ਹੈ ਲੋਕ ਸਾਰੇ ਜਿਹੜੇ ਹੈਗਾ, ਦਿੱਤੀਆਂ ਵੀ ਜਾ ਰਹੀਆਂ ਹੈਗੀਆਂ। ਸੋ ਸਾਰੀ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਹੈਗਾ ਕੰਮ ਕਰਨ ਦੀ ਲੋੜ ਹੈਗੀ, ਔਰ ਇੰਟੈਲੀਜੈਂਸ ਡਿਪਾਰਟਮੈਂਟ ਕਰ ਵੀ ਰਿਹਾ। ਮੈਂ ਨਹੀਂ ਕਹਿੰਦਾ ਨਹੀਂ ਕਰਦਾ, ਲੇਕਿਨ ਇਹਨੂੰ ਹੋਰ ਤੇਜ਼ੀ ਨਾਲ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀ ਜਿਹੜੀ ਹੈਗੀ ਹੈ, ਜਿੰਨੀ ਐਡਵਾਂਸਮੈਂਟ ਹੁੰਦੀ ਹੈ ਉਨੀ ਜਿਹੜੀ ਨੈਗੇਟਿਵ ਵੀ ਹੁੰਦੀ ਹੈ। ਉਸ ਨੂੰ ਅਸੀਂ ਪੋਜ਼ਿਟਿਵ ਨੂੰ ਜਿਹੜੀ ਐਡਵਾਂਸਮੈਂਟ ਹੈਗੀ ਆ, ਉਹ ਜਿਹੜਾ ਹੈਗਾ ਕਿ ਭਾਈ ਉਹਨਾਂ ਤੋਂ ਤੇਜ਼ ਜਿਹੜੀ ਹੈਗੀ ਟੈਕਨੋਲੋਜੀ ਲੈ ਕੇ ਆਓ, ਤਾਂ ਜੋ ਉਹਨੂੰ ਫੜਿਆ ਜਾਵੇ। ਓਕੇ, ਠੀਕ ਹੈ। ਅੱਜ ਜਿਹੜਾ ਬੀਜੇਪੀ ਦੇ ਲੀਡਰ ਸਾਹਿਬਾਨ ਤੇ ਨਾਲ ਆਪਣਾ ਮਿਸਟਰ ਮਨੋਰੰਜਨ ਕਾਲੀਆ ਸਾਹਿਬ, ਇਹਨਾਂ ਦੀ ਪ੍ਰਧਾਨਗੀ ਹੇਠ ਕਾਫੀ ਜਿਹੜੇ ਬੀਜੇਪੀ ਦੇ ਬੰਦੇ ਆ ਕੇ ਨੁਮਾਇੰਦੇ ਮਿਲੇ। ਉਹਨਾਂ ਦੀਆਂ ਕੁਝ ਲਾਅ ਐਂਡ ਆਰਡਰ ਨਾਲ ਹੋਰ ਸੰਬੰਧਿਤ ਜਿਹੜੀਆਂ ਕਈ ਦਿੱਕਤਾਂ ਸੀ, ਉਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ। ਉਹ ਅਸੀਂ ਸੈਗਰੀਗੇਟ ਕਰਕੇ ਜਿਹੜੇ ਕੋਈ ਥਾਣੇ ਨਾਲ ਮੁਤਲਕਾ ਹੈਗਾ,
ਉਹ ਅਸੀਂ ਉਹਦੇ ਉੱਤੇ ਵਰਕ ਕਰਾ ਦਾਂਗੇ। ਸਰ ਕਿੰਨੇ ਬੰਦਿਆਂ ਨੂੰ ਧਮਕੀਆਂ ਆਈਆਂ ਗਈਆਂ ਤੇ ਇਹਦੇ ਵਿੱਚ ਧਮਕੀਆਂ ਆਈਆਂ ਜਾਂ ਫਰੋਤੀ ਵੀ ਮੰਗੀ ਗਈ ਹੈ? ਇਹਦੇ ਵਿੱਚ ਜਿਹੜਾ ਇਹ ਮੈਮੋਰੈਂਡਮ ਦਿੱਤਾ ਇਹ ਸਾਰਾ ਧਮਕੀਆਂ ਨਾਲ ਰਿਲੇਟਡ ਨਹੀਂ, ਲਾਅ ਐਂਡ ਆਰਡਰ ਦੇ ਕੁਝ ਇਸ਼ੂਜ਼ ਆ ਉਹਨਾਂ ਨਾਲ ਵੀ ਰਿਲੇਟਡ ਆ। ਨਹੀਂ ਸਰ, ਤਾਂ ਜਿਹੜੀਆਂ ਕੋਈ ਹੈਗੀਆਂ ਐਪਲੀਕੇਸ਼ਨਸ ਉਹ ਸਾਡੇ ਕੋਲ ਹੈਗੀਆਂ, ਉਹ ਤੇ ਸਾਡੀ ਟੀਮ ਵਰਕ ਕਰ ਰਹੀ ਹੈ। ਕਿੱਦਾਂ ਲਗਾਤਾਰ ਜਲੰਧਰ ਦੇ ਵਿੱਚ ਦੇਖਿਆ ਕਈ ਤੁਹਾਡੇ ਕੋਲ ਐਪਲੀਕੇਸ਼ਨ ਆਈਆਂ ਆ ਵੀ ਸਾਨੂੰ ਫੋਨ ਪਹਿਲੇ ਕੋਲ ਦਿੱਤੀ, ਧਮਕੀ ਦਿੱਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਫਰੋਤੀ ਵੀ ਮੰਗੀ ਜਾਂਦੀ। ਕਿੱਦਾਂ ਹੁਣ ਇੱਥੇ ਤੁਹਾਡੇ ਕੋਲ ਕਿਹੜੇ ਬੀਜੇਪੀ ਦੇ ਆਏ ਨੇ, ਕਈ ਬੀਜੇਪੀ ਦੇ ਵਰਕਰਾਂ ਨੂੰ ਵੀ ਮਿਲੀਆਂ ਹੈਗੀਆਂ ਕਈਆਂ ਜਿਹੜੀਆਂ ਐਪਲੀਕੇਸ਼ਨਸ ਆਈਆਂ ਇਹ ਜੀਆਂ ਤਾਂ ਉਹ 'ਤੇ ਅਸੀਂ ਵਰਕ ਕਰ ਰਹੇ ਹਾਂ, ਸਾਡੀ ਟੀਮ ਹੈ ਸਾਡੇ ਕੋਲ, ਉਹਦੇ ਅਸੀਂ ਛੇਤੀ ਅੱਛਾ ਉਹਦਾ ਜਿਹੜਾ ਨਤੀਜਾ ਕੱਢ ਲਾਂਗੇ। ਦੇਸ਼ ਵਿਦੇਸ਼ 'ਚ ਸਰਬੰਸਦਾਨੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੁੱਜ ਕੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ। ਪ੍ਰਕਾਸ਼ ਪੁਰਬ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਅਲੌਕਿਕ ਜਲੌਸ ਸਜਾਏ ਗਏ, ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨੇ ਆਨੰਦ ਮਾਣਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸਾਰਾ ਦਿਨ ਸੰਗਤਾਂ ਦੀ ਆਮਦ ਨਿਰੰਤਰ ਬਣੀ ਰਹੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਪੰਥ ਦੇ ਵਾਲੀ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ, ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਅੱਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਸਟਾਫ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬੜੀ ਸ਼ਰਧਾ ਪਿਆਰ ਭਾਵਨਾ ਨਾਲ ਅੱਜ ਦਾ ਇਹ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਮਨਾਇਆ ਜਾ ਰਿਹਾ ਹੈ, ਜਿੱਥੇ ਪਰਸੋਂ ਦੇ ਰੋਜ਼ ਤੋਂ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਭੋਗ ਪਏ, ਸ਼ਬਦ ਕੀਰਤਨ ਹੋਇਆ, ਉਪਰੰਤ ਕਥਾ ਵਿਚਾਰ ਵੀ ਹੋਈ ਹੈ। ਉੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ 8:30 ਵਜੇ ਤੋਂ ਲੈ ਕਰਕੇ 12 ਵਜੇ ਤੱਕ ਜਲਾਓ ਸਜਾਏ ਜਾ ਰਹੇ ਹਨ। ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਇੱਥੇ ਪੁੱਜ ਰਹੀਆਂ ਹਨ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ, ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ। ਉੱਥੇ ਅੱਜ ਸਿੱਖ ਸੰਗਤਾਂ ਦੂਰਾਂ ਦਰਾਡਿਆਂ ਤੋਂ, ਦੇਸ਼ਾਂ ਦੇਸ਼ਾਂਤਰਾਂ ਤੋਂ ਪਹੁੰਚ ਕਰਕੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਲਾਓ ਸੱਜੇ ਹਨ, ਉਹਨਾਂ ਦੇ ਦਰਸ਼ਨ ਦੀਦਾਰੇ ਵੀ ਕਰ ਰਹੀਆਂ ਹਨ। ਸ਼ਾਮ ਨੂੰ ਦੀਪਮਾਲਾ ਵੀ ਹੋਏਗੀ, ਆਤਿਸ਼ਬਾਜ਼ੀ ਵੀ ਹੋਏਗੀ ਤੇ ਦਾਸ ਬੇਨਤੀ ਕਰਦਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਉਹ ਵਡਭਾਗੀ ਹਨ, ਧੰਨਤਾ ਦੇ ਯੋਗ ਹਨ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੱਜ ਦੇ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ, ਅਵਤਾਰ ਗੁਰਪੁਰਬ ਦੇ ਮੌਕੇ ਤੇ ਇਹ ਪ੍ਰਣ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ, ਬਾਣੀ ਅਤੇ ਬਾਣੀ ਦੇ ਧਾਰਨੀ ਹੋਈਏ ਤੇ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵਲਿਓ। ਅੱਜ ਦੇ ਦਿਨ 1666 ਈਸਵੀ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਦੀ ਕੁੱਖੋਂ ਅੱਜ ਦੇ ਦਿਨ ਪਟਨਾ ਸ਼ਹਿਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਹੈ। ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਦੀਨ ਦੁਨੀ ਦੇ ਮਾਲਕਾ ਕੀ ਆਖਾਂ, ਤੇਰੇ ਤੋਲ ਤੇ ਕਿਸੇ ਨੇ ਤੁਲਨਾ ਨਹੀਂ, ਟੋਟੇ ਜਿਗਰ ਦੇ ਕਿਸੇ ਨੇ ਵਾਰਨੇ ਨਹੀਂ, ਬਾਦਸ਼ਾਹੀ ਛੱਡ ਕੇ ਜੰਗਲੀ ਰੁਲਣਾ ਨਹੀਂ, ਤੇਰੇ ਵਾਂਗ ਮਿਟਾ ਕੇ ਆਪ ਤਾਈ ਕਿਸੇ ਬਾਗ ਸੰਸਾਰ ਤੇ ਫੁੱਲਣਾ ਨਹੀਂ। ਔਰ ਤੇਰੀ ਪਾਠਸ਼ਾਲਾ ਅੰਦਰ ਪੜ੍ਹੇ ਜਿਹੜੇ ਉਹ ਕਿਸੇ ਦੇ ਭੁਲਾਵਿਆਂ ਭੁੱਲੇ ਨਹੀਂ। ਆਪੇ ਗੁਰੂ ਆਪੇ ਚੇਲਾ, ਨੀਲੇ ਘੋੜੇ ਦੇ ਸ਼ਾਹ ਸਵਾਰ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਅਵਤਾਰ ਦਿਹਾੜਾ ਹੈ। ਉਹ ਸਰਬੰਸਦਾਨੀ ਕਿਵੇਂ ਸਨ? ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, 4 ਪੁੱਤ ਸਨ ਬਖਸ਼ੇ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮੱਧ ਸ਼ਹਿਨਸ਼ਾਹ ਤੁਸੀਂ ਕਹੋ ਸਿੰਘੋ, ਕਿਸ਼ਤਾਂ ਨਾਲ ਦਾ ਕਰਜ਼ਾ ਤਾਰਿਆ ਮੈਂ। 1699 ਈਸਵੀ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ, 5 ਪਿਆਰੇ ਸਾਜੇ, ਕੋਈ ਜਾਤ ਬਰਾਦਰੀ ਨਹੀਂ ਦੇਖੀ। ਰੰਗਰੇਟੇ ਆਖ ਕੇ ਮੈਂ ਕਿਰਤੀ ਦਾ ਸਤਿਕਾਰ ਕਰਦਾ ਹਾਂ, ਜਿਨ੍ਹਾਂ ਨੇ ਦਰਸ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ। ਮੈਂ ਨਾਈਆਂ, ਸ਼ੀਂਬਿਆਂ, ਝੀਵਰਿਆਂ ਅਤੇ ਖੱਤਰੀਆਂ ਤੋਂ ਜ਼ੁਲਮ ਦੀ ਛੱਟ ਲਾਉਣ ਲਈ ਤਾਈਓ ਖਾਲਸਾ ਪੰਥ ਸਾਜਣ ਦਾ ਕੋਤਕ ਰਚਾਇਆ ਸੀ। ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ।
ਹੁਸ਼ਿਆਰਪੁਰ 'ਚ ਭਾਰਤ ਜੋੜੋ ਯਾਤਰਾ ਦੀ ਮੀਟਿੰਗ ਕਰਨ ਲਈ ਅੱਜ ਸਾਬਕਾ ਮੰਤਰੀ ਅਤੇ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਧਰਮਾਂ ਅਤੇ ਜਾਤਾਂ-ਪਾਤਾਂ 'ਚ ਵੰਡ ਕੇ ਰੱਖ ਦਿੱਤਾ ਹੈ, ਜਿਸ ਲਈ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਕੁਝ ਹੀ ਦਿਨਾਂ ਬਾਅਦ ਇਹ ਯਾਤਰਾ ਪੰਜਾਬ 'ਚ ਪਹੁੰਚੇਗੀ ਤੇ ਇਹ ਯਾਤਰਾ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ 'ਚ ਵੀ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ। ਹੁਸ਼ਿਆਰਪੁਰ 'ਚ ਕਾਂਗਰਸ ਦੀ ਗੁੱਟਬੰਦੀ ਤੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਹਰ ਇੱਕ ਪਾਰਟੀ 'ਚ ਮਾੜੇ-ਮੋਟੇ ਮਨਮੁਟਾਵ ਤਾਂ ਹੁੰਦੇ ਹੀ ਹਨ, ਪਰੰਤੂ ਕਾਂਗਰਸ 'ਚ ਸਭ ਕੁਝ ਠੀਕ ਹੈ। ਸਭ ਤੋਂ ਪਹਿਲਾਂ ਤਾਂ ਮੈਂ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢਿਆ। ਇਹ ਜਿਹੜੀ ਭਾਰਤ ਜੋੜੋ ਯਾਤਰਾ ਦੇ ਸੰਬੰਧ ਦੇ ਵਿੱਚ ਇਹ 2 ਦਿਨ ਜਿਹੜੀਆਂ 7 ਕੌਂਸਟੀਚੁਐਂਸੀਆਂ ਹੁਸ਼ਿਆਰਪੁਰ ਦੀਆਂ, ਉਹਦੇ ਵਿੱਚ ਹਰ ਕੌਂਸਟੀਚੁਐਂਸੀ ਦੇ ਵਿੱਚ ਬਹੁਤ ਵਧੀਆ ਹੁੰਗਾਰਾ ਜਿਹੜਾ ਇਹਦੇ ਵਿੱਚ ਮਿਲਿਆ ਔਰ ਮੈਂ ਸਮਝਦਾ ਕਿ ਲੋਕ ਮਨ ਤੋਂ ਜਿਹੜਾ ਹੈ ਇਸ ਯਾਤਰਾ ਨਾਲ ਜੁੜਨ ਲਈ ਤਿਆਰ ਹੈ। ਉਹਦਾ ਕਾਰਨ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ ਕਿ ਜਦੋਂ ਵੀ ਕਿਸੇ ਇੰਸਟੀਚਿਊਸ਼ਨ ਨੂੰ ਡਿਮੋਲਿਸ਼ ਕੀਤਾ ਜਾਂਦਾ ਜਾਂ ਸਮਾਜ ਨੂੰ ਅਲੱਗ-ਅਲੱਗ ਸੁਸਾਇਟੀ ਦੇ ਵਿੱਚ ਵੰਡ ਕੇ ਦੇਖਿਆ ਜਾਂਦਾ ਤੇ ਉਹਦੇ ਲਈ ਸਮਾਜ ਜਿਹੜਾ ਇਕੱਠਾ ਹੁੰਦਾ ਔਰ ਪੰਜਾਬ ਇਹਦੇ ਲਈ ਹਮੇਸ਼ਾ ਜਾਣਿਆ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ, ਉਹਦੇ ਵਿੱਚ ਪਹਿਲਾਂ ਇਨਸਾਨੀਅਤ ਦੀ ਗੱਲ ਹੋਈ ਆ, ਬਾਅਦ ਵਿੱਚ ਜਾਤ ਤੇ ਧਰਮ ਦੀ ਗੱਲ ਹੋਈ ਆ। ਔਰ ਖਾਸ ਕਰਕੇ ਬੀਜੇਪੀ ਔਰ ਇਹਨਾਂ ਦੀ ਬੀ ਟੀਮ ਜਿਹੜੀ ਆਮ ਆਦਮੀ ਪਾਰਟੀ ਆ, ਉਹ ਅਸਲੀ ਗੱਲ ਹੈ ਇੱਕੋ ਹੀ ਏਜੰਡੇ ਤੇ ਕੰਮ ਕਰਦੀਆਂ ਤਾਂ ਕਿ ਇੱਕੋ ਹੀ ਸੋਚ, ਇੱਕ ਵਿਚਾਰਧਾਰਾ ਦੀ ਪਾਰਟੀ ਜਿਹੜੀ ਆ ਇਸ ਦੇਸ਼ ਦੇ ਵਿੱਚ ਜਿਹੜਾ ਉਹ ਰਾਜ ਕਰੇ। ਪਰ ਮੈਨੂੰ ਲੱਗਦਾ ਕਿ ਲੋਕ ਇਹਨੂੰ ਨਕਾਰਨ ਲਈ ਕਾਹਲੇ ਹੋ ਗਏ ਆ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਮੈਂ ਤਾਂ ਸਾਰੇ ਜਿੰਨੀ 7 ਜਗ੍ਹਾ ਗਿਆ, ਮੈਂ ਉੱਥੇ ਇੱਕੋ ਗੱਲ ਕਹੀ ਆ ਵੀ ਜੇ ਆਉਣਾ ਹੋਇਆ ਤਾਂ ਦਿਲੋਂ ਆਇਓ, ਨਹੀਂ ਤਾਂ ਨਾ ਆਇਓ। ਕਿਉਂਕਿ ਜੇ ਦਿਲੋਂ ਨਹੀਂ ਤੁਸੀਂ ਤੁਰਦੇ, ਕਿਉਂਕਿ ਜਦੋਂ ਵੀ ਇੰਸਟੀਚਿਊਸ਼ਨਸ ਜਿਹੜੀਆਂ ਉਹ ਢਹਿ ਢੇਰੀ ਹੁੰਦੀਆਂ ਤੇ ਉਦੋਂ ਸੁਸਾਇਟੀ ਦਾ ਤੇ ਦੇਸ਼ ਦਾ ਨੁਕਸਾਨ ਬਹੁਤ ਹੁੰਦਾ ਤੇ ਉਹਦਾ ਆਪਾਂ ਹਿੱਸੇਦਾਰ ਬਣੀਏ। ਆਪਣਾ ਵੀ ਤਾਂ ਫਰਜ਼ ਬਣਦਾ ਕਿ ਆਉਣ ਵਾਲੀ ਪੀੜ੍ਹੀ ਲਈ ਆਪਾਂ ਜਿਹੜੀਆਂ ਉਹ ਜਿਹੜੀਆਂ ਚੀਜ਼ਾਂ ਉਹ ਕਰਕੇ ਜਾਈਏ ਤਾਂ ਕਿ ਸਾਡਾ ਸਮਾਜ, ਕਿਉਂਕਿ ਇਹ ਦੇਸ਼ ਜਿਹੜਾ ਆ ਇਹਦੀ ਬਿਊਟੀ ਇਹ ਆ ਕਿ ਇਹ ਜਾਤਾਂ, ਧਰਮ, ਅਲੱਗ-ਅਲੱਗ ਪਹਿਰਾਵੇ ਦੇ ਲੋਕ, ਅਲੱਗ-ਅਲੱਗ ਬੋਲੀ ਦੇ ਲੋਕ, ਇਹ ਇਕੱਠੇ ਹੋ ਕੇ ਦੇਸ਼ ਬਣਦਾ। ਸੋ ਇਸ ਕਰਕੇ ਇਹਨੂੰ ਕਿਤੇ ਪੋਲਰਾਈਜੇਸ਼ਨ ਕਰਕੇ ਪੋਲੀਟੀਕਲ ਫਾਇਦੇ ਤਾਂ ਤੁਸੀਂ ਲੈ ਸਕਦੇ ਆ, ਪਰ ਦੇਸ਼ ਇਹਦੇ ਨਾਲ ਅੱਗੇ ਨਹੀਂ ਵੱਧ ਸਕਦਾ। ਕਿਉਂਕਿ ਜਦੋਂ ਵੀ ਕਿਤੇ ਗੱਲ ਹੁੰਦੀ ਆ ਇਕਨੋਮਿਕ ਪਾਲਿਸੀ ਦੀ, ਉਦੋਂ ਜਾਂ ਤਾਂ ਪਾਕਿਸਤਾਨ ਦੀ ਗੱਲ ਚੱਲ ਪੈਂਦੀ ਆ, ਜਾਂ ਜੇ ਇੰਟਰਨਲ ਸਿਕਿਉਰਿਟੀ ਦੀ ਗੱਲ ਹੁੰਦੀ ਆ ਤੇ ਪਾਕਿਸਤਾਨ ਦੀ ਗੱਲ ਚੱਲ ਪੈਂਦੀ ਆ, ਜਾਂ ਕਿਸੇ ਕ੍ਰਿਕਟਰ ਦੀ ਗੱਲ ਚੱਲ ਪੈਂਦੀ ਆ, ਜਾਂ ਕਿਸੇ ਐਕਟਰ ਦੀ ਗੱਲ ਚੱਲ ਪੈਂਦੀ ਆ। ਪਰ ਅਸਲੀ ਮੁੱਦਿਆਂ ਤੋਂ ਜਿਹੜਾ ਆ ਉਹਦੀ ਡਿਵਰਸੀਫਿਕੇਸ਼ਨ ਹਮੇਸ਼ਾ ਹੁੰਦੀ ਆ। ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ, ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਜਿਹੜੇ ਚਾਰੇ ਥੰਮ ਆ ਉਹਦਾ ਆਪਣਾ ਆਪਣਾ ਰੋਲ ਆ। ਬਹੁਤ ਬਿਊਟੀਫੁਲੀ ਡਿਜ਼ਾਈਨਡ ਪ੍ਰੋਗਰਾਮ ਹੈ। ਜਦੋਂ ਉਹਦੇ ਵਿੱਚੋਂ ਕਿਤੇ ਵੀ ਕਮਜ਼ੋਰੀ ਦਿਖਦੀ ਆ ਤੇ ਉਹਦਾ ਨੁਕਸਾਨ ਜਿਹੜਾ ਆ ਡੈਮੋਕ੍ਰੇਸੀ ਨੂੰ ਹੁੰਦਾ ਆ, ਚਾਹੇ ਉਹ ਪੋਲੀਟੀਕਲ ਲੈਵਲ ਤੇ ਹੋਵੇ, ਚਾਹੇ ਐਗਜ਼ੈਕਟਿਵ ਦੇ ਲੈਵਲ ਤੇ ਹੋਵੇ, ਚਾਹੇ ਜੁਡੀਸ਼ੀਅਲ ਸਿਸਟਮ ਦੇ ਲੈਵਲ ਤੇ ਹੋਵੇ। ਆ ਪਿੱਛੇ ਜਿਹੇ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਆ, ਤੋ ਜਿਹਦਾ ਹੁੰਗਾਰਾ ਪੰਜਾਬੀਆਂ ਨੇ ਬਹੁਤ ਜ਼ਬਰਦਸਤੀ ਉਹਨਾਂ ਨੂੰ ਜਿਹੜਾ ਉਹ ਦਿੱਤਾ ਹੈਗਾ। ਔਰ ਖਾਸ ਕਰਕੇ ਜਿੱਦਾਂ ਦਿੱਲੀ ਦੇ ਵਿੱਚ ਦੇਖੋ, ਮੈਂ ਨਹੀਂ ਕਹਿੰਦਾ ਸਾਰੇ ਨਾ ਪੱਤਰਕਾਰ ਤੇ ਨਾ ਸਾਰੇ ਮੀਡੀਆ ਹਾਊਸ ਉਹਦਾ ਹਿੱਸਾ ਨਹੀਂ ਹੈਗਾ, ਲੇਕਿਨ ਨੰਬਰ ਬਹੁਤ ਆ ਜਿਹੜਾ ਉਹਦਾ ਹਿੱਸਾ ਹੈਗਾ, ਜਿਹੜਾ ਇੱਦਾਂ ਦੀਆਂ ਖਾਸ ਕਰਕੇ ਜਿਹੜੀਆਂ IT ਸੈੱਲ ਹੈਗੇ ਆ ਉਹ ਮਿਸ ਇਨਫੋਰਮੇਸ਼ਨ ਫੈਲਾ ਕੇ ਈਵਨ ਕਿ ਰਾਹੁਲ ਗਾਂਧੀ ਦੀ ਪਰਸੈਪਸ਼ਨ ਵੀ ਜਿਹੜੀ ਉਹਦੇ ਵਿੱਚ ਖਰਾਬ ਕੀਤੀ ਗਈ। ਕਿਉਂਕਿ ਕਈ ਵਾਰੀ ਦੇਖੋ ਪੰਜਾਬੀ ਭੋਲੇ ਵੀ ਆ ਕਈਆਂ ਚੀਜ਼ਾਂ ਦੇ ਵਿੱਚ, ਉਹ ਸੋਚਦੇ ਆ ਵੀ ਸ਼ਾਇਦ ਜਿਹੜੀ ਸੋਸ਼ਲ ਮੀਡੀਆ 'ਤੇ ਗੱਲ ਆ ਰਹੀ ਆ ਵੀ ਸ਼ਾਇਦ ਉਹ 100% ਸੱਚ ਹੀ ਆ, ਪਰ ਉਹਦੇ 'ਚ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ IT ਵਿੰਗ ਜਿਹੜੇ ਆ ਉਹਨੂੰ ਡਿਜ਼ਾਈਨ ਕਰਕੇ, ਉਹ ਪ੍ਰੋਪਰਲੀ ਉਹਨੂੰ ਫੀਡ ਕਰਕੇ ਤੇ ਲੋਕਾਂ ਦੇ ਵਿੱਚ ਪਹੁੰਚਾਉਂਦਾ ਤਾਂ ਕਿ ਜਿਹੜੀ ਮਿਸ ਇਨਫੋਰਮੇਸ਼ਨ ਆ ਪਹੁੰਚ ਸਕੇ। ਸੋ ਮੈਨੂੰ ਲੱਗਦਾ ਇਹ ਡੈਮੋਕ੍ਰੇਸੀ ਲਈ ਬਹੁਤ ਵੱਡਾ ਇੱਕ ਚੈਲੰਜ ਵੀ ਆ ਔਰ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਆ ਕਿ ਇਹਨਾਂ ਚੀਜ਼ਾਂ ਨੂੰ ਨਕਾਰ ਕੇ, ਕਿਉਂਕਿ ਜਦੋਂ ਇੰਸਟੀਚਿਊਸ਼ਨਸ ਖੜੀਆਂ ਰਹਿਣਗੀਆਂ ਉਸ ਦੇਸ਼ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ। ਪਰ ਜਦੋਂ ਇੰਸਟੀਚਿਊਸ਼ਨਸ ਤੁਸੀਂ ਢਹਿ ਢੇਰੀ ਕਰ ਦਿਓਗੇ ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹੋਗੇ, ਪਾਰਟੀ ਭਾਵੇਂ ਕੋਈ ਜਿੱਤ ਸਕਦੀ ਆ ਲੇਕਿਨ ਉਹਦੇ ਦੇਸ਼ ਨਹੀਂ ਜਿਹੜਾ ਅੱਗੇ ਵੱਧ ਸਕਦਾ। ਉਹ ਜਿਹੜਾ ਰਾਹੁਲ ਗਾਂਧੀ ਨੇ ਇਨੀਸ਼ੀਏਟਿਵ ਲਿਆ
ਚਾਹੇ ਮੇਰੀ ਬੈਕਗਰਾਊਂਡ ਸਪੋਰਟਸ ਦੀ ਆ, ਪਰ ਮੈਨੂੰ ਲੱਗਦਾ ਮੈਂ ਵੀ 4000 ਕਿਲੋਮੀਟਰ 125 ਦਿਨ ਦੇ ਵਿੱਚ ਨਹੀਂ ਚੱਲ ਸਕਦਾ, ਕਿਉਂਕਿ ਇਹ ਸਿਰਫ ਯਾਤਰਾ ਹੀ ਨਹੀਂ ਹੈ, ਇੱਕ ਸੁਨੇਹਾ ਆ ਸਮਾਜ ਨੂੰ, ਇੱਕ ਉਹਨਾਂ ਤਾਕਤਾਂ ਨੂੰ ਸੁਨੇਹਾ ਆ ਕਿ ਸਾਡਾ ਜਿਹੜਾ ਹਿੰਦੁਸਤਾਨ ਆ ਉਹ ਇੱਦਾਂ ਦਾ ਨਹੀਂ ਹੈਗਾ ਜਿਹਦੇ ਵਿੱਚ ਤੁਸੀਂ ਇਹਨਾਂ ਨੂੰ ਡਿਵਾਈਡ ਕਰਕੇ, ਇਹਨਾਂ ਇੰਸਟੀਟਿਊਸ਼ਨਸ ਨੂੰ ਢਹਿ ਢੇਰੀ ਕਰਕੇ ਤੇ ਤੁਸੀਂ ਜਿਹੜਾ ਆ ਦੇਸ਼ ਨੂੰ ਅੱਗੇ ਵਧਾ ਸਕਦੇ ਹੋ। ਸੋ ਮੈਂ ਤੁਹਾਡਾ ਸਾਰਿਆਂ ਦਾ, ਮਿੱਕੀ ਡੋਗਰਾ ਜੀ ਸਾਡੇ ਲਾਲੀ ਜੀ ਦੋਸਤ ਹੈ, ਆਦਮਪੁਰ ਤੋਂ ਸਾਡੇ MLA ਸਾਹਿਬ ਨੇ, ਔਰ ਸਾਡੇ ਕੋਆਰਡੀਨੇਟਰ ਨੇ ਸੁਖਦੇਵ ਜੀ, ਔਰ ਸਾਰੇ ਬਾਕੀ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ, ਕਿਉਂਕਿ ਸਮਾਂ ਕੱਢਦੇ ਆ। ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜ਼ਿੰਦਗੀ ਦੇ ਵਿੱਚ ਇਨਸਾਨ ਦਾ ਸਭ ਤੋਂ ਕੀਮਤੀ ਸਮਾਂ ਹੀ ਹੁੰਦਾ। ਸਮੇਂ ਸਿਰ ਆਉਣ ਦੀ ਵੀ ਜ਼ਰੂਰਤ ਹੈਗੀ ਆ, ਅਤੇ ਸਮਾਂ ਦੇਣ ਲਈ ਤੁਹਾਡਾ ਵੀ ਧੰਨਵਾਦ ਆ, ਇਹਨਾਂ ਦਾ ਵੀ ਧੰਨਵਾਦ ਆ। ਆਪਾਂ ਰਲ ਕੇ ਆਪਣਾ ਯੋਗਦਾਨ ਪਾਈਏ। ਮੈਂ ਸਾਰਿਆਂ ਨੂੰ ਇੱਕੋ ਹੀ ਅਪੀਲ ਕੀਤੀ ਆ, ਚਾਹੇ ਅੱਧਾ ਕਿਲੋਮੀਟਰ ਤੁਰਿਓ, ਚਾਹੇ 10 ਕਦਮ ਤੁਰਿਓ, ਚਾਹੇ 5 ਕਿਲੋਮੀਟਰ ਤੁਰਿਓ, ਚਾਹੇ 10 ਕਿਲੋਮੀਟਰ ਤੁਰਿਓ, ਪਰ ਤੁਰਿਓ ਦਿਲੋਂ। ਜੇ ਤੁਸੀਂ ਇਹ ਸਮਝੋ ਵੀ ਸ਼ਾਇਦ ਅਸੀਂ ਰੈਲੀ ਦੇ ਤੌਰ 'ਤੇ ਰਾਹੁਲ ਗਾਂਧੀ ਨੂੰ ਕੁਝ ਦਿਖਾਉਣ ਜਾਣਾ ਜਾਂ ਉੱਥੇ ਭੀੜ ਇਕੱਠੀ ਕਰਨੀ ਆ, ਮੈਂ ਤਾਂ ਬੜਾ ਕਲੀਅਰ ਕੱਟ ਕਹਿ ਦਿੰਦਾ ਹੁੰਦਾ ਵੀ ਭਾਈ ਫੇਰ ਭਾਵੇਂ ਨਾ ਆਇਓ, ਦਿਲੋਂ ਜੇ ਆਉਣਾ ਹੈਗਾ ਤੇ ਦਿਲੋਂ ਆਇਓ, ਕਿਉਂਕਿ ਸਮਾਜ ਸਾਡਾ ਹੀ ਆ ਨਾ, ਦੇਸ਼ ਸਾਡਾ ਹੀ ਆ, ਪੰਜਾਬ ਸਾਡਾ ਹੀ ਆ, ਤੇ ਅਸੀਂ ਇਹਨੂੰ ਅੱਗੇ ਲੈ ਕੇ ਗਾਂਹ ਤੁਰਨਾ। ਨਹੀਂ ਤਾਂ ਅਦਰਵਾਈਜ਼ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕੋਸਣਗੀਆਂ ਵੀ ਤੁਸੀਂ ਜਦੋਂ ਡੈਮੋਕ੍ਰੇਸੀ ਦੀਆਂ ਇੰਸਟੀਟਿਊਸ਼ਨਸ ਕਿਤੇ ਢਹਿ ਢੇਰੀ ਹੋ ਰਹੀਆਂ ਸੀ ਤੇ ਤੁਸੀਂ ਉਹਦੇ ਵਿੱਚ ਯੋਗਦਾਨ ਨਹੀਂ ਪਾਇਆ। ਸੋ ਉਹਦੇ ਲਈ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਆਪਣਾ ਸਾਰਥਿਕ ਰੋਲ ਇਹਦੇ ਵਿੱਚ, ਤੁਸੀਂ ਸਾਰਥਿਕ ਰੋਲ ਹਮੇਸ਼ਾ ਪਲੇ ਕਰਦੇ ਆ, ਔਰ ਤੁਸੀਂ ਹਮੇਸ਼ਾ, ਕਿਉਂਕਿ ਪੰਜਾਬੀਆਂ ਦੀ ਆਵਾਜ਼ ਨੂੰ, ਬਾਕੀ ਹੋਰ ਭਾਵੇਂ ਜੋ ਮਰਜ਼ੀ ਹੋਵੇ, ਪੰਜਾਬੀਆਂ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ, ਤੇ ਆਪਾਂ ਉਹ ਜਿਹੜਾ ਰੋਲ ਆ ਉਹ ਆਪਣਾ ਪਲੇ ਕਰੀਏ ਤਾਂ ਕਿ ਅਸੀਂ ਡੈਮੋਕ੍ਰੇਸੀ ਨੂੰ ਵਧੀਆ ਤਰੀਕੇ ਨਾਲ ਅੱਗੇ ਤੋਰ ਸਕੀਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਸਦਰ ਰੁੱਦੀ ਪਹਿਲੀ ਕਿਣਮਿਣ ਹੋਈ, ਜਿਸ ਤੋਂ ਬਾਅਦ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ। ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਮੌਸਮ ਮਿਜਾਜ਼ ਸਵੇਰ ਤੋਂ ਹੀ ਬਦਲਿਆ ਹੋਇਆ ਹੈ। ਰੁਕ-ਰੁਕ ਕੇ ਪੈ ਰਹੇ ਮੀਂਹ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ 'ਚ ਪਾ ਦਿੱਤਾ। ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਕਿਉਂਕਿ ਮੀਂਹ ਉਹਨਾਂ ਦੀ ਫਸਲਾਂ ਦੇ ਲਈ ਲਾਹੇਵੰਦ ਹੈ। ਦੂਜੇ ਪਾਸੇ ਜਲੰਧਰ 'ਚ ਵੀ ਮੀਂਹ ਦੇ ਕਾਰਨ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲ ਗਈ ਹੈ, ਪਰ ਠੰਡ ਕਾਰਨ ਲੋਕ ਘਰਾਂ 'ਚ ਕੈਦ ਹੋ ਗਏ ਹਨ। ਫਲੋਰ 'ਚ ਕਿਲਾ ਰੋਡ ਤੇ ਦੁਆਬਾ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਮੂਹ ਟਰੱਕ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਫਲੋਰ ਦੀ GT ਰੋਡ ਹਾਈਵੇ ਤੇ ਦਿਨ ਰਾਤ ਦਾ ਧਰਨਾ ਲਗਾ ਕੇ ਬੈਠੇ ਹਾਂ, ਲੇਕਿਨ ਪੰਜਾਬ ਸਰਕਾਰ ਨੇ ਸਾਡੇ ਨਾਲ ਮੀਟਿੰਗਾਂ ਕਰਕੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ। ਇਸ ਲਈ ਇਹ ਵਿਰੋਧ ਜਤਾਇਆ ਜਾ ਰਿਹਾ ਹੈ। ਪ੍ਰਧਾਨ ਸਾਹਿਬ, ਤੁਸੀਂ ਅੱਜ ਫਿਰ ਜਿਹੜਾ ਕਿਲਾ ਰੋਡ ਦੇ ਉੱਤੇ ਟਰੱਕ ਯੂਨੀਅਨ ਹੈਗੀ ਆ, ਤੁਸੀਂ ਉਹਦੇ ਸਾਹਮਣੇ ਇਕੱਠੇ ਹੋ ਕੇ ਤੁਸੀਂ ਨਾਅਰੇਬਾਜ਼ੀ ਕੀਤੀ ਹੈਗੀ ਆ, ਪੰਜਾਬ ਸਰਕਾਰ ਦੇ ਖਿਲਾਫ ਤੁਸੀਂ ਨਾਅਰੇਬਾਜ਼ੀ ਕੀਤੀ ਹੈਗੀ ਆ। ਅੱਜ ਤੁਹਾਡਾ ਕੀ ਹੈਗਾ ਮੋਟੀਵੇਟ? ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਧਰਨਾ ਵੀ ਲਾ ਕੇ ਬੈਠੇ ਹੋ, ਕੁਛ ਹੋਇਆ ਕੁਛ ਤੁਹਾਡਾ ਹੱਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਧਾਨ ਟਰੱਕ ਯੂਨੀਅਨ ਫਲੋਰ। ਅਸੀਂ 20 ਤਰੀਕ ਤੋਂ ਸਤਲੁਜ ਪੁਲ ਦੇ ਨਜ਼ਦੀਕ ਅਸੀਂ ਧਰਨਾ ਲਾ ਕੇ ਬੈਠੇ ਸੀ, ਔਰ 3 ਘੰਟੇ ਅਸੀਂ 20 ਤਰੀਕ ਨੂੰ ਰੋਡ ਵੀ ਜਾਮ ਰੱਖਿਆ, ਔਰ ਭਗਵੰਤ ਮਾਨ ਦੀ ਸਰਕਾਰ ਨੇ ਸਾਨੂੰ ਉੱਥੇ ਬੁਲਾਇਆ, 5 ਮੈਂਬਰੀ ਕਮੇਟੀ ਬਣਾਈ, ਉਹਨਾਂ ਨੇ ਵੀ ਸਾਨੂੰ ਕੁਛ ਨਹੀਂ ਪੱਲੇ ਪਾਇਆ, ਔਰ ਸਾਨੂੰ ਲੋਲੀਪੌਪ ਤੇ ਲੋਲੀਪੌਪ ਦੇਈ ਗਏ। ਜਿਹੜੇ ਉਹਨਾਂ ਦੇ ਸੈਕਟਰੀ ਸੀਗੇ ਉਹ ਰਾਘਵ ਚੱਡੇ ਦੇ ਆ ਔਰ ਕੇਜਰੀਵਾਲ ਦੇ ਆ, ਜਿਹੜੇ ਆਪਣੇ ਇੱਥੇ ਦੇ ਮੰਤਰੀ ਆ ਉਹਨਾਂ ਦੇ ਕੁਛ ਹੱਥ ਵੱਸ ਨਹੀਂ ਗਾ। ਇਹ ਸਾਰਾ ਦਿੱਲੀ ਤੋਂ ਕਮਾਂਡ ਚੱਲਦੀ ਆ, ਉਹ ਸਾਡੇ ਨਾਲ ਧੱਕਾ ਕਰ ਰਹੇ ਆ। ਅਤੇ ਸਾਨੂੰ 2 ਦਿਨ ਦਾ ਸਮਾਂ ਲਿਆ ਸੀ, ਉਹ 2 ਦਿਨ ਦੇ ਸਮੇਂ ਤੋਂ ਵੀ ਬਾਅਦ ਨਹੀਂ ਸਾਨੂੰ ਕੁਛ ਨਹੀਂ ਦੱਸਿਆ। ਔਰ ਇੱਕ ਸਾਡਾ ਧਰਨਾ ਦੂਜੇ ਸੰਗਰੂਰ ਚੱਲ ਰਿਹਾ, ਉਹ ਵੀ, ਤੇ ਅਸੀਂ ਸਾਰਾ ਸਾਂਝਾ ਮੋਰਚਾ ਹੁਣ ਅਸੀਂ ਸ਼ੰਭੂ ਬਾਰਡਰ 'ਤੇ ਲੈ ਕੇ ਜਾ ਰਹੇ ਹਾਂ 30 ਤਰੀਕ ਨੂੰ। ਠੀਕ ਆ, ਉਹਦੀ ਅਸੀਂ ਤਿਆਰੀ ਅੱਜ ਕਰ ਰਹੇ ਹਾਂ। ਇੱਕ ਤੁਸੀਂ ਅਲਟੀਮੇਟਮ ਦਿੱਤਾ ਸੀ ਵੀ ਜੇ ਸਾਡੀ ਸਰਕਾਰ ਨੇ ਕੋਈ ਮੰਗ ਨਹੀਂ ਮੰਨੀ ਤਾਂ ਅਸੀਂ 30 ਔਰ 31 ਨੂੰ ਅਸੀਂ ਜਿਹੜਾ ਹਾਈਵੇ ਜਾਮ ਕਰਾਂਗੇ, ਔਰ ਵੱਖ-ਵੱਖ ਥਾਵਾਂ ਦੇ ਉੱਤੇ ਹੈ ਨਾ, ਉਹ ਕੀ ਹੈਗਾ ਤੁਹਾਡਾ ਸਭ ਤੋਂ? ਅਸੀਂ ਉਹ ਸ਼ੰਭੂ ਬਾਰਡਰ 'ਤੇ ਹੀ ਅਸੀਂ ਜਾ ਰਹੇ ਹਾਂ 30 ਤਰੀਕ ਨੂੰ 12 ਵਜੇ। ਅਸੀਂ ਉੱਥੇ ਰੋਡ ਦੇ ਵਿਚਕਾਰ ਆਪਣੇ ਤੰਬੂ, ਅਸੀਂ ਉੱਥੇ ਹੀ ਸੌਣਾ ਅਤੇ ਉੱਥੇ ਹੀ ਅਸੀਂ ਦਿਨ ਪਰ ਰਾਤ ਉੱਥੇ, ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਉੱਥੇ 24 ਘੰਟਿਆਂ ਬਾਅਦ ਅਸੀਂ ਅਗਲਾ ਜਿਹੜਾ ਕੋਈ ਵੀ ਬਾਰਡਰ ਆ ਉਹਦੀ ਅਸੀਂ ਡਿਸਾਈਡ ਕਰਨਾ ਵੀ ਅਸੀਂ ਕਿਹੜਾ ਅਸੀਂ ਬਾਰਡਰ ਹੋਰ ਸੀਲ ਕਰਨਾ। ਠੀਕ ਹੈ, ਨਹੀਂ ਉਹ ਅਣਮਿੱਥੇ ਸਮੇਂ ਲਈ ਤੁਹਾਡਾ ਧਰਨਾ ਹੋਵੇਗਾ? ਸਮੇਂ ਲਈ, ਹਾਂਜੀ, ਅਣਮਿੱਥੇ ਸਮੇਂ ਲਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਟਵੀਟ ਕੀਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੇਮਿਸਾਲ ਸਾਹਸ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਗੁਰੂ ਜੀ ਦਾ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੇ ਆਪਣੇ ਪੁਰਾਣੇ ਭਾਸ਼ਣਾਂ ਵਿੱਚੋਂ ਇੱਕ ਵੀਡੀਓ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਨੂੰ ਨਮਨ ਕਰਦਾ ਹਾਂ ਅਤੇ ਮਾਨਵਤਾ ਲਈ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ। ਉਹਨਾਂ ਦਾ ਬੇਮਿਸਾਲ ਸਾਹਸ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਨਮਨ ਕਰਦਿਆਂ ਕਿਹਾ ਹੈ ਕਿ ਉਹਨਾਂ ਦਾ ਜੀਵਨ ਮਨੁੱਖੀ ਸਭਿਅਤਾ ਲਈ ਅਨਮੋਲ ਮਾਰਗ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਨੇ 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਬੰਦ ਕਰਨ ਦਾ ਐਲਾਨ ਕੀਤਾ। ਇਹ ਸਾਰੇ ਟੋਲ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਰਹਿਣਗੇ। ਵਾਕਿਓ ਏਕਤਾ ਉਗਰਾਹਾਂ ਨੇ ਇਹ ਫੈਸਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਗ ਪੱਤਰ ਨਾਲ ਸਹਿਮਤ ਹੁੰਦਿਆਂ ਲਿਆ ਹੈ। ਵਾਕਿਓ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ 18 ਟੋਲ 15 ਜਨਵਰੀ ਤੱਕ ਮੁਕਤ ਕੀਤੇ ਜਾ ਚੁੱਕੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ ਅੱਜ ਰਾਧਿਕਾ ਮਰਚੈਂਟ ਨਾਲ ਮੰਗਣੀ ਕਰ ਲਈ ਹੈ। ਜੋੜੀ ਦੀ ਕੁੜਮਾਈ ਦੀਆਂ ਰਸਮਾਂ ਰਾਜਸਥਾਨ ਦੇ ਨਾਥਦੁਆਰੇ ਦੇ ਸ਼੍ਰੀਨਾਥ ਜੀ ਮੰਦਿਰ ਵਿੱਚ ਹੋਈਆਂ। ਅਨੰਤ ਅਤੇ ਰਾਧਿਕਾ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ। ਪਰਿਮਾਲ ਨਾਥ ਵਾਨੀ ਨੇ ਸੋਸ਼ਲ ਮੀਡੀਆ ਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਮੰਗਣੀ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਆਪਣੇ ਟਵਿੱਟਰ ਅਕਾਊਂਟ ਤੇ ਅਨੰਤ ਅਤੇ ਰਾਧਿਕਾ ਦੀ ਫੋਟੋ ਪੋਸਟ ਕਰਦੇ ਹੋਏ ਉਹਨਾਂ ਨੇ ਕੈਪਸ਼ਨ 'ਚ ਲਿਖਿਆ ਹੈ, ਨਾਥ ਦੁਆਰੇ ਦੇ ਸ਼੍ਰੀ ਨਾਥ ਜੀ ਮੰਦਿਰ 'ਚ ਮੰਗਣੀ ਸਮਾਰੋਹ ਲਈ ਅਨੰਤ ਅਤੇ ਰਾਧਿਕਾ ਨੂੰ ਬਹੁਤ ਬਹੁਤ ਵਧਾਈਆਂ। ਭਗਵਾਨ ਸ਼੍ਰੀ ਨਾਥ ਜੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹੋਵੇ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਚੀਨ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਲਈ 1 ਜਨਵਰੀ ਤੋਂ RT-PCR ਦੀ ਨੈਗੇਟਿਵ ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਅਧਿਕਾਰੀਆਂ ਨੇ ਕਿਹਾ ਹੈ ਕਿ ਇਹਨਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਹਵਾਈ ਸੁਵਿਧਾ ਪੋਰਟਲ ਨੂੰ ਨੈਗੇਟਿਵ ਕੋविड रिपोर्ट साझी करनी पवेगी। देश में कोरोना महामारी न फैले उसको लिए सतर्कता बरतना हमने चालू कर दिया है। जिस तरह से चीन में कोरोना महामारी की भयानकता हम देख रहे हैं, उसको देखते हुए चीन, जापान, दक्षिण कोरिया, हांगकांग, बैंकॉक सभी से आने वाली फ्लाइट पर हम एविएशन मिनिस्ट्री के साथ बातचीत करके तुरंत ही एयर सुविधा पोर्टल का इम्प्लीमेंटेशन करके सभी पैसेंजर को RT-PCR कंपलसरी करेंगे, उसका ट्रेसिंग करना चालू कर देंगे और इंडिया में आने के बाद किसी को बुखार मालूम पड़े या तो टेस्ट पॉजिटिव पाया जाए तो तुरंत ही हम उसको क्वारंटाइन करने के लिए भी आदेश जारी करने जा रहे हैं, ताकि देश को कोविड महामारी के सामने हम बचा सके। ਲੁਧਿਆਣਾ 'ਚ ਪ੍ਰਾਈਵੇਟ ਗੱਡੀਆਂ ਉੱਪਰ ਸਰਕਾਰੀ ਵਿਭਾਗਾਂ ਦੇ ਸਟicker ਲਾ ਕੇ ਘੁੰਮਣ ਵਾਲਿਆਂ ਦੀ ਹੁਣ ਖੈਰ ਨਹੀਂ, ਕਿਉਂਕਿ ਲੁਧਿਆਣਾ ਪੁਲਿਸ ਦੇ ਜੁਆਇੰਟ ਕਮਿਸ਼ਨਰ ਸੌਮਿਆ ਮਿਸ਼ਰਾ ਵੱਲੋਂ ਪੰਜਾਬ ਵਿੱਚ ਹਾਈ ਅਲਰਟ ਦੇ ਮੱਦੇਨਜ਼ਰ ਪਿਛਲੇ ਦਿਨੀ ਇੱਕ ਹੁਕਮ ਜਾਰੀ ਕੀਤੇ ਗਏ ਸਨ ਕਿ ਕੋਈ ਵੀ ਸਰਕਾਰੀ ਵਿਭਾਗ ਦੇ ਮੁਲਾਜ਼ਮ ਹੁਣ ਆਪਣੇ ਪ੍ਰਾਈਵੇਟ ਗੱਡੀਆਂ ਉੱਪਰ ਵਿਭਾਗ ਦੇ ਸਟicker ਲਾ ਕੇ ਗੱਡੀਆਂ ਨਹੀਂ ਚਲਾਉਣਗੇ, ਕਿਉਂਕਿ ਗੈਰ ਸਮਾਜਿਕ ਤੱਤਾਂ ਵੱਲੋਂ ਵੀ ਇਹਨਾਂ ਵਿਭਾਗਾਂ ਦੇ ਸਟickਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਹੁਣ ਲੁਧਿਆਣਾ ਪੁਲਿਸ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਅਤੇ ਪ੍ਰਾਈਵੇਟ ਗੱਡੀਆਂ ਉੱਪਰ ਸਰਕਾਰੀ ਵਿਭਾਗਾਂ ਤੇ ਲੱਗੇ ਸਟicker ਨੂੰ ਉਤਰਵਾਏ ਜਾ ਰਹੇ ਹਨ। ਆਤੰਕਵਾਦੀ ਹਮਲੇ ਦੀ ਆਪ ਹੈ, ਉਹਨੂੰ ਲੈ ਕੇ ਦੇਸ਼ ਦੇ ਕਲਚਰ ਵਿੱਚ ਸਟicker ਨਾ ਲਗਾਏ ਜਾਣ, ਕੀ ਕਹਿਣਾ ਚਾਹੋਗੇ? ਇਸ ਸੰਬੰਧੀ ਜੁਆਇੰਟ CP ਸੌਮਿਆ ਮਿਸ਼ਰਾ IPS ਜੀ ਵੱਲੋਂ ਇੱਕ ਹੁਕਮ ਪਾਸ ਹੋਇਆ, ਜਿਸ ਸੰਬੰਧੀ ਜਾਂ ਪੁਲਿਸ ਦੇ ਸਟicker ਆ, ਆਰਮੀ ਦੇ ਸਟicker ਆ ਜਾਂ ਕੋਈ ਵੀ ਕਿਸੇ ਸਰਕਾਰੀ ਵਿਭਾਗ ਦੇ ਸਟicker ਲਾ ਕੇ ਜਿਹੜੇ ਮੁਲਾਜ਼ਮ ਘੁੰਮ ਰਹੇ ਆ ਜਾਂ VIP ਸਟicker ਲਾ ਕੇ ਪ੍ਰਾਈਵੇਟ ਵਿਅਕਤੀ ਘੁੰਮ ਰਹੇ ਆ, ਉਸ ਸੰਬੰਧੀ ਜਿਹੜੇ ਹੁਕਮ ਪਾਸ ਹੋਏ ਸੀਨੀਅਰ ਅਫਸਰਾਂ ਵੱਲੋਂ, ਉਸ ਸੰਬੰਧੀ ਜਗਰਾਉਂ ਪੁਲ ਤੇ ਅੱਜ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੋ ਵੀ ਸਟicker ਲਗਾਏ ਗਏ ਆ ਪੁਲਿਸ ਦੇ ਆ, ਆਰਮੀ ਦੇ ਆ ਜਾਂ ਕੋਈ ਪ੍ਰਾਈਵੇਟ ਵਿਅਕਤੀਆਂ ਵੱਲੋਂ VIP ਸਟicker ਲਗਾ ਕੇ ਜੋ ਗੱਡੀਆਂ ਘੁਮਾਈਆਂ ਜਾ ਰਹੀਆਂ, ਉਹਨਾਂ ਦੇ ਜਿਹੜੇ ਸਟicker ਉਤਾਰੇ ਗਏ ਜਗਰਾਉਂ ਪੁਲ ਤੇ ਜਿਹੜੇ ਆਤੰਕਵਾਦੀ ਹਮਲੇ ਤੋਂ ਦੇਖਦੇ ਹੋਏ ਜਿਹੜੇ ਇਹ ਮੁਹਿੰਮ ਸ਼ੁਰੂ ਕੀਤੀ ਗਈ। ਹਾਂਜੀ,
ਇਸ ਸੰਬੰਧੀ ਜਿਹੜੇ ਪੂਰੇ ਦੇਸ਼ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਚੱਲ ਰਹੀਆਂ ਜਾਂ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਵੀਆਈਪੀ ਸਟicker ਲਗਾ ਕੇ ਜਾਂ ਪੁਲਿਸ ਦੇ ਸਟicker ਲਗਾ ਕੇ ਅੱਤਵਾਦੀ ਜਿਹੜੇ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਆ, ਉਸ ਸੰਬੰਧੀ ਵੀ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ। ਕੋਈ ਵੀ ਵੀਆਈਪੀ ਸਟicker ਆ ਜਾਂ ਪੁਲਿਸ ਸਟicker ਆ, ਗੱਡੀਆਂ ਦੀ ਚੈਕਿੰਗ ਥੋਰੋਲੀ ਕੀਤੀ ਜਾ ਰਹੀ ਹੈ। ਆਤੰਕਵਾਦੀ ਹਮਲੇ ਰੋਕਣ ਦੇ ਲਈ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਸਿਰਫ ਮਤਲਬ ਰਿਪੋਰਟ ਹੀ ਜਾਰੀ ਹੋਊਗੀ। ਹਾਂਜੀ, ਇੱਦਾਂ ਹੀ ਜਿਹੜੀ ਹੁਕਮਾਂ ਸੀਨੀਅਰ ਅਫਸਰਾਂ ਵੱਲੋਂ ਦਿੱਤੇ ਗਏ ਆ, ਉਹ ਰੂਟੀਨ ਦੇ ਵਿੱਚ ਹੀ ਚੈਕਿੰਗ ਜਿਹੜੀ ਹੁੰਦੀ ਰਹੂਗੀ ਅੱਗੇ ਤੋਂ ਵੀ। ਤੇ ਰੂਟੀਨ ਦੇ ਵਿੱਚ ਥੋਰੋਲੀ ਜਿਹੜੀਆਂ ਗੱਡੀਆਂ ਵੀਆਈਪੀ ਸਟicker ਆ ਜਾਂ ਪੁਲਿਸ ਦੇ ਸਟicker ਲਗਾ ਕੇ ਗੱਡੀਆਂ ਘੁੰਮ ਰਹੀਆਂ, ਉਹਨਾਂ ਦੀ ਜਿਹੜੀ ਥੋਰੋਲੀ ਚੈਕਿੰਗ ਕੀਤੀ ਜਾਊਗੀ ਰੂਟੀਨ ਦੇ ਵਿੱਚ ਵੀ। ਸਰ, ਆਮ ਜਨਤਾ ਨੂੰ ਇਹ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਤਾਂ ਕਿ ਜਿਹੜੇ ਵੀਆਈਪੀ ਸਟicker ਨਾ ਲਾਉਣ, ਪ੍ਰਸ਼ਾਸਨ ਦਾ ਸਾਥ ਦੇਣ ਤੇ ਜਿਹੜੇ ਆਤੰਕੀ ਹਮਲਾ ਉਹਦੇ ਉੱਤੇ ਠੱਲ ਪਾਈ ਜਾ ਸਕੇ। ਹਾਂਜੀ, ਮੈਂ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਜਾਂ ਆਰਮੀ ਦੇ ਮੁਲਾਜ਼ਮ ਹੈ ਜਾਂ ਕੋਈ ਪ੍ਰਾਈਵੇਟ ਵਿਅਕਤੀ ਵੀ ਜਿਹੜੇ ਸਟicker ਲਗਾ ਕੇ ਵੀਆਈਪੀ ਸਟicker ਲਗਾ ਕੇ ਜਾਂ ਆਪਣਾ ਕੋਈ ਗੱਡੀ ਦੇ ਅੱਗੇ ਪ੍ਰੈਜ਼ੀਡੈਂਟ ਲਿਖਾ ਲੈਂਦਾ ਜਾਂ ਜਨਰਲ ਸੈਕਟਰੀ ਲਿਖਾ ਲੈਂਦਾ, ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਇਹ ਜਿਹੜੇ ਆ ਵੀਆਈਪੀ ਸਟicker ਜਾਂ ਕੋਈ ਵੀ ਆਪਣਾ ਨਾਮ ਦੀ ਪਲੇਟ ਨਾ ਲਗਾਉਣ ਤਾਂ ਜੋ ਅੱਤਵਾਦੀ ਗਤੀਆਂ ਨੂੰ ਰੋਕਿਆ ਜਾ ਸਕੇ। ਥੈਂਕ ਯੂ ਸਰ। ਇਹ ਸੀ ਅੱਜ ਦਾ ਵਿਸ਼ੇਸ਼ ਬੁਲੇਟਿਨ। ਕੱਲ੍ਹ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਇਸੇ ਸਮੇਂ ਕੱਲ੍ਹ ਦੀਆਂ ਤਾਜ਼ਾ ਖਬਰਾਂ ਦੇ ਨਾਲ। ਤੇ ਹੁਣ ਲਈ ਦਿਓ ਸਾਨੂੰ ਇਜਾਜ਼ਤ, ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।